ਧਰਮ ਤੇ ਕਰਮ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ ਜਾਂ ਧਰਮ ਚੋਂ ਜ਼ਿੰਦਗੀ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ ਕਿ ਸਰਸੇ ਨੂੰ ਜੇਲ੍ਹ ਤੇ ਬੀਜੇਪੀ ਦੋਨਾਂ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਕਿ ਉਹਨੇ ਬੀਜੇਪੀ ਚੁਣ ਲਈ। ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ। ਸਰਦਾਰ ਮਨਜਿੰਦਰ ਸਿੰਘ ਸਰਸਾ ਦੇ ਉੱਤੇ ਔਰ ਕਾਲਕਾ ਜੀ ਦੇ ਉੱਤੇ ਕੇਸ ਦਰਜ ਕੀਤਾ ਗਿਆ, ਪਰ ਸਾਨੂੰ ਅਫਸੋਸ ਹੈ ਕਿ ਸਰਸਾ ਸਾਹਿਬ ਇਸ ਬੇਇਨਸਾਫੀ ਦੇ ਖਿਲਾਫ ਲੜਨ ਦੀ ਬਜਾਏ ਉਹਨਾਂ ਨੇ ਜਿਹੜਾ ਬੀਜੇਪੀ ਵਿੱਚ ਸ਼ਮੂਲੀਅਤ ਕਰ ਲਈ। ਕੇਂਦਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਇੰਦਰਾ ਗਾਂਧੀ ਵਾਲੀ ਜਿਹੜੀ ਨੀਤੀ ਹੈ, ਇਹਦੇ ਨਾਲ ਕੇਂਦਰ ਸਰਕਾਰ ਕਾਮਯਾਬ ਨਹੀਂ ਹੋ ਸਕਦੀ। ਸੁਖਬੀਰ ਬਾਦਲ ਦੇ ਕਰੀਬੀ ਅਤੇ ਕੱਲ ਤੱਕ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮਿੰਟਾਂ ਵਿੱਚ ਹੀ ਪਾਲਾ ਬਦਲ ਲਿਆ। ਸਿਰਸਾ ਅਕਾਲੀ ਦਲ ਦੀ ਤੱਕੜੀ ਛੱਡਦਿਆਂ ਭਾਜਪਾ ਦੇ ਕਮਲ ਦੇ ਪਿੱਛੇ ਜਾ ਖਲੋਤੇ। ਸਿਰਸਾ ਦੇ ਭਾਜਪਾ ਵਿੱਚ ਜਾਣ ਨਾਲ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਉਧਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਸਾ ਖਿਲਾਫ ਵੱਡਾ ਬਿਆਨ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿਰਸਾ ਨੇ ਜੇਲ੍ਹ ਜਾਣ ਦੇ ਡਰ ਤੋਂ ਭਾਜਪਾ ਵਿੱਚ ਐਂਟਰੀ ਮਾਰੀ ਹੈ। ਉਹਨਾਂ ਕਿਹਾ ਹੈ ਕਿ ਭਾਜਪਾ ਨੇ ਮੁਗਲਾਂ ਵਾਲੀ ਨੀਤੀ ਨੂੰ ਅਪਣਾਉਂਦਿਆਂ ਸਿਰਸਾ ਨੂੰ ਆਪਣੇ ਨਾਲ ਸ਼ਾਮਿਲ ਕੀਤਾ ਹੈ। ਸਿਰਸਾ ਨੇ ਪਾਰਟੀ ਚੇਂਜ ਕੀਤੀ ਹੈ, बीजेपी ज्वाइन की है, दिल्ली एजीपी के प्रधान ने की कहना चाहते। देखो जदों विदेशी हुक्मरान भारत आए तो उन्होंने भारत पर कब्जा करने तो बाद लोगों को कहा कि या धर्म चुन लो या कर्म चुन लो। जिन्होंने धर्म प्यारा सी उन्होंने धर्म चुन लिया, जिन्होंने कर्म प्यारा सी उन्होंने कर्म चुन लिया। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ। ਕਈਆਂ ਨੇ ਧਰਮ ਚੁਣਿਆ, ਕਈਆਂ ਨੇ ਜ਼ਿੰਦਗੀ ਚੁਣੀ। ਜਿਨ੍ਹਾਂ ਨੇ ਜ਼ਿੰਦਗੀ ਚੁਣੀ ਉਹਨਾਂ ਨੇ ਧਰਮ ਛੱਡਤਾ, ਜਿਨ੍ਹਾਂ ਨੇ ਧਰਮ ਚੁਣਿਆ ਉਹਨਾਂ ਨੇ ਜ਼ਿੰਦਗੀ ਛੱਡਤੀ। ਮੇਰੀ ਕੱਲ ਸਵੇਰੇ ਹੀ ਸਰਸੇ ਨਾਲ ਗੱਲ ਹੋਈ ਸੀ ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ। ਤੇ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਦਿੱਲੀ ਕਮੇਟੀ ਦੇ ਭਾਜਪਾ ਵਿੱਚ ਜਾਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਅਤੇ ਭਾਜਪਾ ਦਿੱਲੀ ਕਮੇਟੀ ਉੱਪਰ ਕਾਬਜ਼ ਹੁੰਦੀ ਹੈ ਤਾਂ ਇਸ ਦੇ ਕਸੂਰਵਾਰ ਕਿਤੇ ਨਾ ਕਿਤੇ ਸਿੱਖ ਹੋਣਗੇ। ਔਰ ਬਿਲਕੁਲ ਉਵੇਂ ਹੋਇਆ ਜਿਵੇਂ ਮੁਗਲਾਂ ਦੇ ਦੌਰ ਦੇ ਵਿੱਚ ਜਾਂ ਵਿਦੇਸ਼ੀ ਹੁਕਮਰਾਨ ਮੁਗਲਾਂ ਤੋਂ ਜਿਹੜੇ ਪਹਿਲੋਂ ਆਏ ਸੀ ਉਹਨਾਂ ਦੇ ਦੌਰ ਦੇ ਵਿੱਚ ਜਿਵੇਂ ਹੁੰਦਾ ਸੀ। ਫਰਕ ਸਿਰਫ ਇੰਨਾ ਹੈ ਕਿ ਉਦੋਂ ਧਰਮ ਤੇ ਕਰਮ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ ਜਾਂ ਧਰਮ ਚੋਂ ਜ਼ਿੰਦਗੀ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਜਾਂਦਾ ਸੀ। ਤੇ ਸਰਸੇ ਨੂੰ ਜੇਲ੍ਹ ਤੇ ਬੀਜੇਪੀ ਦੋਨਾਂ ਚੋਂ ਇੱਕ ਨੂੰ ਚੁਣਨ ਵਾਸਤੇ ਕਿਹਾ ਤੇ ਉਹਨੇ ਬੀਜੇਪੀ ਚੁਣ ਲਈ। ਔਰ ਇਹਦੇ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂ ਵੀ ਜਿਨ੍ਹਾਂ ਨੇ ਜ਼ਮੀਨ ਤਿਆਰ ਕੀਤੀ ਉਹਨੂੰ ਬੀਜੇਪੀ 'ਚ ਜਾਣ ਵਾਸਤੇ ਮਜਬੂਰ ਕਰ ਲਿਆ, ਉਹ ਵੀ ਜ਼ਿੰਮੇਵਾਰ ਹੈ। ਔਰ ਇਹ ਉਹਨਾਂ ਦੀ ਰਾਜਨੀਤਿਕ ਭੁੱਲ ਵੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਇੱਕ ਵਾਹਿਦ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਉਹਦੇ ਪ੍ਰੈਜ਼ੀਡੈਂਟ ਦੇ ਉੱਤੇ ਕੱਲੇ ਪ੍ਰੈਜ਼ੀਡੈਂਟ ਦੇ ਉੱਤੇ ਨਹੀਂ ਬਲਕਿ 11 ਹੋਰ ਜਿਹੜੇ ਇਲੈਕਟਡ ਮੈਂਬਰ ਨੇ ਚੁਣ ਕੇ ਆਏ ਨੇ ਸੰਗਤ ਵੱਲੋਂ, ਉਹਨਾਂ ਦੇ ਉੱਤੇ ਬੋਕਸ ਜਿਹੜੇ ਆ ਉਹ ਪਰਚੇ ਦਰਜ ਕਰਵਾਏ ਜਾਂਦੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਸਾਰਾ ਕੁਝ ਛੱਡੋ ਤੇ ਸਾਡੇ ਵੱਲ ਆਓ। ਇਹ ਮੈਂ ਸਮਝਦਾ ਕਿ ਬਿਲਕੁਲ ਗਲਤ ਹੈ। ਹੋ ਸਕਦਾ ਹੈ ਕੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਾ ਪ੍ਰਬੰਧ ਉਹ ਸੰਭਾਲ ਲੈਣ, ਪਰ ਕਿਤੇ ਨਾ ਕਿਤੇ ਇਹਦੇ ਲਈ ਸਾਡੇ ਸਿੱਖ ਵੀ ਜ਼ਿੰਮੇਦਾਰ ਹੋਣ। ਉਧਰ ਸਿਰਸਾ ਦੇ ਭਾਜਪਾ ਵਿੱਚ ਜਾਣ ਨਾਲ ਅਕਾਲੀ ਦਲ ਵਿੱਚ ਭੁਚਾਲ ਆ ਗਿਆ। ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਭਾਜਪਾ ਸਿੱਖ ਕੌਮ ਖਿਲਾਫ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤ ਰਹੀ ਹੈ ਅਤੇ ਤਾਕਤ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਦਰਜ ਕਰਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ਤੇ ਸਿੱਧਾ ਹਮਲਾ ਬੋਲ ਰਹੀ ਹੈ। ਜਿਸ ਤਰੀਕੇ ਅੱਜ ਕੇਂਦਰ ਦੀ ਸਰਕਾਰ ਨੇ ਘਟੀਆ ਰਾਜਨੀਤੀ ਕਰਦੇ ਹੋਏ ਸਰਦਾਰ ਮਨਜਿੰਦਰ ਸਿੰਘ ਸਰਸਾ ਨੂੰ ਫੋਰਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ, ਇਹ ਮੈਂ ਸਮਝਦਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਔਰ ਖਾਲਸਾ ਪੰਥ ਦੇ ਉੱਤੇ ਬਹੁਤ ਵੱਡਾ ਹਮਲਾ
ਔਰ ਸਿੱਖ ਗੁਰਧਾਮਾਂ ਨੂੰ ਕੰਟਰੋਲ ਕਰਨ ਦੀ ਕੇਂਦਰ ਦੀ ਪੁਰਾਣੀ ਨੀਤੀ ਦਾ ਇੱਕ ਹਿੱਸਾ। ਇੱਕ ਸਾਜ਼ਿਸ਼ ਤਹਿਤ ਪਹਿਲਾਂ ਦਿੱਲੀ ਕਮੇਟੀ ਜਿਹੜੀ ਨਵੀਂ ਚੁਣੀ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੇ ਸ਼ਕਤੀ ਦਿੱਤੀ, ਪਹਿਲਾਂ 11 ਮੈਂਬਰਾਂ ਦੇ ਉੱਤੇ ਕੇਸ ਦਰਜ ਕੀਤੇ ਗਏ। ਫਿਰ ਸਰਦਾਰ ਮਨਜਿੰਦਰ ਸਿੰਘ ਸਰਸਾ ਦੇ ਉੱਤੇ ਔਰ ਕਾਲਕਾ ਜੀ ਦੇ ਉੱਤੇ ਕੇਸ ਦਰਜ ਕੀਤਾ ਗਿਆ। ਪਰ ਸਾਨੂੰ ਅਫਸੋਸ ਹੈ ਕਿ ਸਰਸਾ ਸਾਹਿਬ ਇਸ ਬੇਇਨਸਾਫੀ ਦੇ ਖਿਲਾਫ ਲੜਨ ਦੀ ਬਜਾਏ ਉਹਨਾਂ ਨੇ ਜਿਹੜਾ ਬੀਜੇਪੀ ਵਿੱਚ ਸ਼ਮੂਲੀਅਤ ਕਰ ਲਈ, ਜਦੋਂ ਕਿ ਸਰਦਾਰ ਹਰਮੀਤ ਸਿੰਘ ਕਾਲਕਾ ਅੱਜ ਵੀ ਚਟਾਨ ਵਾਂਗੂ ਖੜੇ। ਪਰ ਕੇਂਦਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਇੰਦਰਾ ਗਾਂਧੀ ਵਾਲੀ ਜਿਹੜੀ ਨੀਤੀ ਹੈ, ਇਹਦੇ ਨਾਲ ਕੇਂਦਰ ਸਰਕਾਰ ਕਾਮਯਾਬ ਨਹੀਂ ਹੋ ਸਕਦੀ। ਇਹ ਬਹੁਤ ਵੱਡੀ ਬੇਇਨਸਾਫੀ ਹੈ, ਇਹ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਹੈ ਔਰ ਖਾਲਸਾ ਪੰਥ ਇਹਨੂੰ ਕਦੀ ਵੀ ਜਿਹੜਾ ਲਾਈਟਲੀ ਨਹੀਂ ਲਏਗਾ। ਕੇਂਦਰ ਸਰਕਾਰ ਨੂੰ ਇਹੋ ਜਿਹੇ ਹੱਥ ਕੰਡੇ ਵਰਤਣ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਇਹ ਡੈਮੋਕ੍ਰੇਸੀ ਦਾ ਮਰਡਰ ਹੈ, ਇਹ ਅਨਡੈਮੋਕ੍ਰੈਟਿਕ ਸਟੈਪ ਹੈ। ਦੱਸ ਦਈਏ ਕਿ ਸਿਰਸਾ ਦੇ ਭਾਜਪਾ ਵਿੱਚ ਜਾਣ ਤੋਂ ਅਕਾਲੀ ਦਲ ਵੀ ਹੈਰਾਨ ਪਰੇਸ਼ਾਨ ਹੈ। ਅਕਾਲੀ ਦਲ ਨੇ ਸ਼ਾਇਦ ਅਜਿਹਾ ਕਦੇ ਵੀ ਨਹੀਂ ਸੋਚਿਆ ਹੋਣਾ ਕਿ ਭਾਜਪਾ ਉਹਨਾਂ ਦੇ ਇੰਨੇ ਵੱਡੇ ਲੀਡਰ ਨੂੰ ਚੁਟਕੀਆਂ ਵਿੱਚ ਆਪਣੇ ਵੱਲ ਕਰ ਲਏਗੀ। ਹਾਲਾਂਕਿ ਕੁਝ ਸਿਆਸੀ ਮਾਹਿਰ ਇਸ ਨੂੰ ਮੁੜ ਤੋਂ ਅਕਾਲੀ ਭਾਜਪਾ ਗਠਜੋੜ ਦੀ ਸ਼ੁਰੂਆਤ ਦੇ ਰੂਪ ਵਿੱਚ ਦੇਖ ਰਹੇ ਨੇ। ਪਰ ਫਿਲਹਾਲ ਲਈ ਸਿਰਸਾ ਦੇ ਭਾਜਪਾ ਵਿੱਚ ਜਾਣ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡੀ ਨਮੋਸ਼ੀ ਜ਼ਰੂਰ ਚੱਲਣੀ ਪੈ ਸਕਦੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ, ਪੰਜਾਬੀ ਲੋਕ ਚੈਨਲ।